ਕਿਆ ਕਿਆ ਹਾਂਜੀ ਅੱਗੇ ਗੱਲ ਵਧਾਈਏ ਜੀ। ਸਾਡਾ ਜਿਹੜਾ ਫਾਰਮੂਲਾ ਫਾਰ ਇਟਰਨਲ ਲਾਈਫ ਦਾ ਹਮੇਸ਼ਾ ਹਮੇਸ਼ਾ ਜਿਉਣ ਦਾ ਤੇ ਜਵਾਨ ਰਹਿਣ ਦਾ ਫਾਰਮੂਲਾ E=GMC²। ਉਹ 'ਚ ਜੀ ਦਾ ਪਹਿਲਾ ਅਸੀਂ ਟੌਪਿਕ ਸ਼ੁਰੂ ਕੱਲ੍ਹ ਦਾ ਕੀਤਾ ਹੈ ਕਿ ਜੀਨਸ ਸਾਨੂੰ ਆਪਣੀ ਇਟਰਨਲ ਜਵਾਨੀ ਲਈ, ਸਿਹਤ ਲਈ, ਉਮਰ ਲਈ ਆਪਣੇ ਜੀਨ ਵਧੀਆ ਬਣਾਉਣੇ ਪੈਣੇ ਨੇ, ਜਿਹੜੇ ਕਿ ਇਵੋਲੂਸ਼ਨ ਦੇ ਵਿੱਚ ਨਹੀਂ ਬਣੇ। ਹਾਂਜੀ, ਉਹ ਕਿਸ ਕਿਸਮ ਦੇ ਜੀਨ ਬਣਨੇ ਆ, ਕਿਵੇਂ ਬਣਨੇ ਨੇ। ਉਹ ਕੱਲ੍ਹ ਦੀ ਗੱਲ ਤੋਂ ਮੇਰੀਆਂ ਕੁਝ ਗੱਲਾਂ ਸੁਣ ਕੇ ਇੱਕ ਮੇਰੇ ਬੜੇ ਪਿਆਰੇ ਦੋਸਤ, ਬਚਪਨ ਦਾ ਦੋਸਤ, 50 ਸਾਲ ਤੋਂ ਵੀ ਜ਼ਿਆਦਾ ਦਾ, ਉਹਨੇ ਲਿਖਿਆ ਕਿ ਇਹ ਜੀਨਾਂ ਦੀਆਂ ਗੱਲਾਂ ਤੇ ਆਲਮੋਸਟ ਸਾਇੰਸ ਫਿਕਸ਼ਨ ਜਾਪਦੀਆਂ ਨੇ। ਅਤੇ ਉਹ ਫਿਰ ਮੈਂ ਉਹਦੇ ਜਵਾਬ 'ਚ ਉਹਨੂੰ ਲਿਖਿਆ ਵੀ, ਅਤੇ ਉਹ ਮੈਂ ਇੱਥੇ ਵੀ ਐਕਸਪਲੇਨ ਕਰਨਾ ਚਾਹੁੰਦਾ ਕਿ ਇੱਕ ਬੜੇ ਫੇਮਸ ਸਾਇੰਸਦਾਨ, ਮੇਰੇ ਖਿਆਲ ਰਿਚਰਡ ਫੈਨਮਨ ਦੀ ਕੋਟੇਸ਼ਨ ਹੈ, ਫਿਜ਼ਿਕਸ ਦਾ ਸਾਇੰਸਦਾਨ ਸੀ, ਕਿ ਵੀ ਸਫੀਸ਼ੈਂਟਲੀ ਐਡਵਾਂਸਡ ਸਾਇੰਸ ਇਜ਼ ਆਲਮੋਸਟ ਲਾਈਕ ਮੈਜਿਕ ਐਂਡ ਫਿਕਸ਼ਨ। ਹਾਂਜੀ, ਕਿ ਜਿਹੜੀ ਐਡਵਾਂਸ ਸਾਇੰਸ ਹੁੰਦੀ ਹੈ, ਲੇਟੈਸਟ ਸਾਇੰਸ ਹੁੰਦੀ ਹੈ, ਉਹ ਕਈ ਵਾਰੀ ਸਾਇੰਸ ਫਿਕਸ਼ਨ ਹੀ ਲੱਗਦੀ ਹੁੰਦੀ ਹੈ। ਤੁਸੀਂ ਆਸੇ ਪਾਸੇ ਜੇ ਆਪਣੇ ਨਜ਼ਰ ਮਾਰੋ, ਜਿਹੜੀ ਦੁਨੀਆ 'ਚ ਅਸੀਂ ਜਿਉਂਦੇ ਹਾਂ, ਜਿਸ ਕਿਸਮ ਦੀ ਟੈਕਨੋਲੋਜੀ ਵਿੱਚ, ਜਿਹੜੀ ਸਾਇੰਸ ਦੀਆਂ ਗੱਲਾਂ ਦੇ ਵਿੱਚ, ਉਹ ਅੱਜ ਤੋਂ 100-150 ਸਾਲ ਪਹਿਲੇ ਸਾਇੰਸ ਫਿਕਸ਼ਨ ਹੀ ਲੱਗਦੀਆਂ ਸੀ। ਅਤੇ ਜੀਵ ਵਿਗਿਆਨ ਦੇ ਮਾਮਲੇ ਦੇ ਵਿੱਚ ਐਂਟੀਬਾਇਓਟਿਕ ਜਿਹੜੀ ਹਾਲੀ 100 ਸਾਲ ਨਹੀਂ ਹੋਏ ਲੱਭਣੀ ਕਿ ਵੀ ਕੋਈ ਇਹੋ ਜਿਹੀ ਚੀਜ਼ ਜਿਹੜੀ ਦੂਜੇ ਬੈਕਟੀਰੀਆ ਨੂੰ ਜਾਂ ਕਿਸੇ ਚੀਜ਼ ਨੂੰ ਮਾਰ ਸਕਦੀ ਹੈ ਨੈਚੁਰਲੀ, ਉਹ ਸਾਇੰਸ ਫਿਕਸ਼ਨ ਹੀ ਸੀ। ਹਾਂਜੀ, ਹਾਰਟ ਟਰਾਂਸਪਲਾਂਟੇਸ਼ਨ, ਕਿਡਨੀ ਟਰਾਂਸਪਲਾਂਟੇਸ਼ਨ, ਇਹ ਵੱਡੇ ਵੱਡੇ ਆਪਰੇਸ਼ਨ, ਕਿ ਇਹ ਸਾਰੀਆਂ ਗੱਲਾਂ ਕਿਸੇ ਸਮੇਂ 'ਚ ਸਾਨੂੰ ਸਾਇੰਸ ਫਿਕਸ਼ਨ ਲੱਗਦੀਆਂ ਸੀ, ਪਰ ਹੁਣ ਉਹ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦਾ ਇਹ ਬੜੀ ਅਚੀਵਮੈਂਟ ਹੈ ਮਨੁੱਖੀ ਦਿਮਾਗ ਦੀ, ਸਾਇੰਸ ਦੀ, ਕਿ ਅਸੀਂ ਉਹ ਕੁਝ ਗੱਲਾਂ ਕਰਦੇ ਪਏ ਹਾਂ ਅਤੇ ਹੋਣਗੀਆਂ, ਹਾਲੀ ਹੋਰ ਵੀ ਹੋਣਗੀਆਂ। ਉਹਦੇ ਵਿੱਚ ਬੜੇ ਫੇਲੀਅਰਸ ਵੀ ਆਉਂਦੇ ਨੇ। ਟਾਈਮ ਟੇਬਲ ਦੇਣਾ ਬੜਾ ਮੁਸ਼ਕਿਲ ਹੋ ਜਾਂਦਾ ਕਿ ਕਦੋਂ ਆਏਗੀ, ਹਾਂਜੀ, ਕਿ ਕਿਹੜੇ ਜੀਨਸ ਨੂੰ ਕਦੋਂ ਅਸੀਂ ਚੇਂਜ ਕਰ ਸਕਦੇ ਹਾਂ। ਜੀਨਸ ਤੇ ਚੇਂਜ ਹੁੰਦੇ ਪਏ ਨੇ, ਹਰ ਰੋਜ਼ ਹੁੰਦੇ ਪਏ ਨੇ ਸਾਡੇ ਜੀਨਸ ਦੇ ਚੇਂਜ, ਅਤੇ ਇਵੋਲੂਸ਼ਨ ਦੇ ਵਿੱਚ ਵੀ ਹੁੰਦੇ ਪਏ ਨੇ, ਸਾਡੀ ਡੇਲੀ ਬੇਸਿਸ 'ਤੇ ਹੁੰਦੇ ਨੇ। ਉਹ ਜਿਹੜਾ ਨੈਚੁਰਲ ਤਰੀਕਾ ਨਾ ਜਿਨ੍ਹਾਂ ਦਾ ਆਪਣੇ ਆਪ ਚੇਂਜ ਥੋੜ੍ਹਾ ਬਹੁਤਾ ਹੋਣ ਦਾ, ਉਹਨੂੰ ਅਸੀਂ ਕਹਿੰਦੇ ਹਾਂ ਮਿਊਟੇਸ਼ਨ। ਕਿ ਜਿਹੜਾ ਇੱਕ ਸੀਕੁਐਂਸ ਹੈਗਾ DNA ਦੇ ਵਿੱਚ ਜੀਨ ਦਾ, ਉਹਦੇ ਵਿੱਚ ਜਦੋਂ ਵੀ ਸਾਡਾ ਕੋਈ ਸੈੱਲ 1 ਤੋਂ 2 ਬਣਾਉਂਦਾ ਹੈ ਤਾਂ ਉਹਨੂੰ DNA ਡਬਲ ਕਰਨੀ ਪੈਂਦੀ ਹੈ। ਅਤੇ ਸਾਡੇ DNA ਦੇ ਵਿੱਚ ਜੇ 3 ਬਿਲੀਅਨ, ਹਾਂਜੀ, 3 ਦੇ ਅੱਗੇ 9 ਜ਼ੀਰੋਆਂ ਲਾ ਦਿਓ, ਓਨੇ ਹੈਗੇ ਨੇ ਜਿਹਨੂੰ ਕਹਿੰਦਾ ਹਿੰਸੇ ਜਾਂ ਲੈਟਰਸ। ਅਤੇ ਉਹਨਾਂ ਵਿੱਚ ਜਦੋਂ ਵੀ DNA ਨਵੀਂ ਬਣਦੀ ਹੈ, ਉਹ 'ਚ ਚਾਂਸ ਹੈ ਕਿ ਇਹ 3 ਬਿਲੀਅਨ ਦੇ ਵਿੱਚ ਕੋਈ ਘੱਟੋ ਘੱਟ ਵੀ 20 ਤੋਂ ਲੈ ਕੇ 100 ਤੱਕ ਨਵੀਆਂ ਮਿਊਟੇਸ਼ਨਸ ਹੁੰਦੀਆਂ ਰਹਿੰਦੀਆਂ ਹਰ ਰੋਜ਼ ਦੇ ਬੇਸਿਸ 'ਤੇ। ਬਹੁਤੀਆਂ ਮਿਊਟੇਸ਼ਨਸ, ਬਹੁਤੇ ਚੇਂਜ ਦਾ ਕੋਈ ਫਰਕ ਨਹੀਂ ਪੈਂਦਾ ਸੈੱਲਾਂ ਨੂੰ। ਕਈ ਵਾਰ ਇੱਕ ਮਿਊਟੇਸ਼ਨ ਦਾ ਫਰਕ ਪੈਂਦਾ ਕਿ ਸੈੱਲ ਕੈਂਸਰ ਬਣ ਜਾਂਦਾ। ਹਾਂਜੀ, ਪਹਿਲੇ ਦੇ ਨਾਲ ਉਹ ਕੈਂਸਰ ਬਣਨ ਦੇ ਰਸਤੇ 'ਤੇ ਤੁਰ ਪੈਂਦਾ, ਦੂਜੀ ਮਿਊਟੇਸ਼ਨ ਦੇ ਨਾਲ ਉਹ ਪ੍ਰੋਪਰ ਕੈਂਸਰ ਬਣਦਾ। ਸਿਰਫ 1 ਮਿਊਟੇਸ਼ਨ ਜਾਂ 2 ਮਿਊਟੇਸ਼ਨਾਂ ਚਾਹੀਦੀਆਂ ਹੁੰਦੀਆਂ। ਅਤੇ ਮਿਊਟੇਸ਼ਨਸ ਜਿਹੜੀਆਂ ਨੇ ਨਾ, ਇਹੀ ਹੈ ਸਾਡਾ ਆਧਾਰ ਆਪਣੇ ਜੀਨਾਂ ਨੂੰ ਜਾਂ ਰਿਪੇਅਰ ਕਰਨ ਦਾ, ਜਾਂ ਰਿਮੂਵ ਕਰਨ ਦਾ, ਜਾਂ ਇਹਨਾਂ ਨੂੰ ਇੰਪਰੂਵ ਕਰਨ ਦਾ। ਏਜਿੰਗ ਦੇ ਮਾਮਲੇ 'ਚ, ਬੁਢੇਪੇ ਦੇ ਮਾਮਲੇ 'ਚ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਇੰਪਰੂਵ ਕਰਨਾ ਹੈ ਅਸੀਂ। ਉਹ ਹਾਲੀ ਜਿਹੜੀ ਟੈਕਨੋਲੋਜੀ ਬੜੀ ਪੋਸੀਬਲ ਈਜ਼ੀ ਨਹੀਂ ਹੈ, ਪਰ ਉਹ ਬਣੇਗੀ, ਕਿ ਖਾਸ ਕਰਕੇ ਜਦੋਂ ਸਾਨੂੰ ਇਹ ਸਮਝ ਆ ਜਾਏ ਕਿ ਅਸੀਂ ਕਿਹੜੇ ਜੀਨਾਂ ਨੂੰ ਇੰਪਰੂਵ ਕਰਨਾ ਹੈ ਅਤੇ ਕਿਉਂ ਕਰਨਾ। ਸੋ ਇਹ ਜਿਹੜੀਆਂ ਚੀਜ਼ਾਂ ਕਿ ਸਾਇੰਸ ਦੀ ਅਚੀਵਮੈਂਟਸ ਜਿਹੜੀਆਂ ਨੇ, ਅਤੇ ਉਹ ਸਕਸੈਸ ਜਿਹੜੀ ਹੈ ਉਹ ਡਿਪੈਂਡ ਕਰੇਗੀ ਕਿ ਬਈ ਅਸੀਂ ਕਿੰਨਾ ਕੁ ਉਹਦੇ ਵਿੱਚ ਇਸ ਟੈਕਨੋਲੋਜੀ ਨੂੰ ਸਮਾਜ ਵੱਲੋਂ ਸਪੋਰਟ ਦਿੰਦੇ ਹਾਂ। ਜੇ ਅਸੀਂ ਚਾਹੁੰਦੇ ਹਾਂ ਇਸ ਕਿਸਮ ਦੀਆਂ ਚੀਜ਼ਾਂ ਬਣਨੀਆਂ, ਅਤੇ ਫਿਰ ਸਾਇੰਸਦਾਨਾਂ ਨੂੰ ਹੋਰ ਰਿਸਰਚ ਦੇ ਲਈ ਸਪੋਰਟ ਮਿਲਣੀ ਚਾਹੀਦੀ ਹੈ। ਹਜ਼ਾਰਾਂ ਸਾਇੰਸਦਾਨ ਇਹਦੇ ਵਿੱਚ ਇੰਟਰਸਟਡ ਨੇ ਕਰਨ 'ਚ, ਦੂਜਿਆਂ ਪਾਸਿਆਂ 'ਤੇ ਥਾਂ 'ਤੇ ਲਾਉਣ ਦੀ ਥਾਂ 'ਤੇ, ਜਾਂ ਲਾਉਣ ਦੀ ਥਾਂ 'ਤੇ ਕੀ ਵੀ ਸਾਇੰਸ ਨੂੰ ਪੈਸਾ ਕਰੋ, ਦਿਓ ਸਪੋਰਟਸ। ਸੋ ਜਿਨ੍ਹਾਂ ਨੂੰ ਬਦਲਣ ਦੀ ਤਾਂ ਬੜੀ ਵੱਡੀ ਲੋੜ ਹੈ, ਕਿਉਂਕਿ ਜਿਹੋ ਜਿਹੀ ਸਾਡੀ ਬੋਡੀ ਬਣੀ ਹੈ, ਉਹ ਜਿਹੜੀ ਹੈ ਉਹਨੂੰ ਰੀਡਿਜ਼ਾਈਨ ਕਰਨਾ ਪੈਣਾ। ਜਿਹੜੇ ਤਾਂ ਤੁਸੀਂ ਡਿਜ਼ਾਈਨ ਦੇ ਵਿੱਚ ਥੋੜ੍ਹਾ ਬਹੁਤਾ ਵਿਸ਼ਵਾਸ ਕਰਦੇ ਹੋ, ਅਤੇ ਉਹਨੂੰ ਅਸੀਂ ਕਹਿੰਦੇ ਹੁੰਦੇ ਹਾਂ ਇੰਟੈਲੀਜੈਂਟ ਰੀਡਿਜ਼ਾਈਨਿੰਗ। ਕੁਝ ਸਾਲ ਪਹਿਲੇ ਇੱਕ ਮੇਰੇ ਬੜੇ ਅੱਛੇ ਦੋਸਤ ਅਤੇ ਕੋਲੈਬੋਰੇਟਰ ਜੇ ਓਲਸ਼ੈਂਸਕੀ, ਅਮਰੀਕਾ 'ਚ ਹੈਗਾ ਸਾਇੰਟਿਸਟ, ਉਹਨੇ ਇੱਕ ਬੜੀ ਵਧੀਆ ਡਿਸਕਵਰੀ ਚੈਨਲ ਦੀ ਫਿਲਮ ਵੀ ਬਣਾਈ ਸੀ, ਅਤੇ ਸਾਇੰਟੀਫਿਕ ਅਮਰੀਕਨ 'ਚ ਇੱਕ ਆਰਟੀਕਲ ਵੀ ਲਿਖਿਆ ਸੀ ਕਿ ਸਾਡੀ ਬੋਡੀ ਦੇ ਬੇਸਿਕਲੀ ਫਲॉज, ਇਹਦੇ ਵਿੱਚ ਕਮੀਆਂ ਕੀ ਨੇ। ਕਿ ਕਮੀਆਂ ਇਸ ਪੱਖੋਂ ਕਿ ਜਦੋਂ ਅਸੀਂ ਵੀ
70 80 90 100 ਜਾਂ ਹੋਰ ਵੀ ਲੰਬਾ ਜਿਉਣਾ ਚਾਹੁੰਦੇ ਆ, ਉਸ ਪੱਖੋਂ ਕਿਹੜੀਆਂ ਕਮੀਆਂ ਨੇ? ਉਹ ਜਦੋਂ ਉਹਦੇ ਕਾਰਟੂਨ ਬਣਾਏ, ਉਹਦੀ ਡਿਸਕਵਰੀ ਚੈਨਲ ਦੀ ਫਿਲਮ ਬਣਾਈ ਕਿ ਸਾਡਾ ਜਿਵੇਂ ਕਿ ਜਿਹੜਾ ਸਕੈਲੇਟਲ ਸਿਸਟਮ ਹੈ, ਸਾਡਾ ਹੱਡੀਆਂ ਦਾ ਢਾਂਚਾ ਹੈ, ਗੋਡਿਆਂ ਦੀ ਐਗਜ਼ਾਮਪਲ ਜਿਵੇਂ ਲੈ ਲਓ, ਉਹ ਬਿਲਕੁਲ ਗਲਤ ਹੈ। ਉਹ ਅਸਲ 'ਚ ਅਦਰ ਵੇ ਅਰਾਊਂਡ ਹੋਣੇ ਚਾਹੀਦੇ ਆ, ਕਿਉਂਕਿ ਜੇ ਅਸੀਂ ਲੰਮੀ ਉਮਰ ਜਿਉਣੀ ਹੈ, ਨਹੀਂ ਤਾਂ 40 45 ਤੱਕ ਤੇ ਉਹ ਖਿਸਕਦੇ ਰਹਿੰਦੇ ਨੇ, ਠੀਕ ਹੁੰਦੇ ਨੇ, ਪਰ ਫਿਰ ਥੋੜ੍ਹੀ ਬਹੁਤੀ ਟੁੱਟ ਫੁੱਟ ਦਾ ਅਸਰ ਦਿਸਣਾ ਸ਼ੁਰੂ ਹੋ ਜਾਂਦਾ। ਇੰਝ ਹੀ ਸਾਡਾ ਜਿਹੜਾ ਪਲੰਬਿਕ ਸਿਸਟਮ ਹੈ ਉਹ ਐਸਾ ਬੈਡਲੀ ਡਿਜ਼ਾਈਨਡ ਹੈ, ਜੇ ਅਸੀਂ ਡਿਜ਼ਾਈਨ ਵਰਡ ਵਰਤੀਏ, ਬੈਡਲੀ ਇਨ ਦ ਸੈਂਸ ਫਿਰ ਉਹੀ ਲੰਮੀ ਉਮਰ ਦੇ ਲਈ। ਸੋ ਇਸ ਲਈ ਅਸੀਂ ਕਹਿੰਦੇ ਕਿ ਉਹ ਸਾਰੀਆਂ ਚੀਜ਼ਾਂ ਨੂੰ ਇੰਝ ਹੀ ਵੱਡੇ ਕੰਨ ਹੋਣੇ ਚਾਹੀਦੇ ਨੇ, ਕੱਦ ਥੋੜ੍ਹਾ ਜਿਹਾ ਛੋਟੇ ਹੋਣਾ ਚਾਹੀਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ, ਥੋੜ੍ਹੀ ਇੱਕ ਪੂਛ ਦੁਬਾਰਾ ਹੋਣੀ ਚਾਹੀਦੀ ਹੈ। ਸੋ ਬੜੀ ਇੰਟਰਸਟਿੰਗ ਫਿਲਮ ਹੈਗੀ ਹੈ, ਡਿਸਕਵਰੀ ਚੈਨਲ 'ਤੇ ਅਵੇਲੇਬਲ ਹੈ, ਕਿ ਸਾਡੀ ਬੋਡੀ ਦਾ ਡਿਜ਼ਾਈਨ ਕੀ ਹੋਵੇ, ਇੰਟੈਲੀਜੈਂਟ ਰੀਡਿਜ਼ਾਈਨ। ਕਿਉਂਕਿ ਜੇ ਤਾਂ ਕਿਸੇ ਨੇ ਡਿਜ਼ਾਈਨ ਕੀਤੀਆਂ ਨਾ, ਤੇ ਜਿੱਡਾ ਮਾੜਾ ਡਿਜ਼ਾਈਨ ਹੈ ਸਾਡਾ ਲੰਬੀ ਉਮਰ ਦੇ ਲਈ, ਇਹੋ ਜਿਹਾ ਤੇ ਡਿਜ਼ਾਈਨਰ ਤੇ ਇੰਜੀਨੀਅਰ ਕਦੇ ਆਪਣਾ ਇਮਤਿਹਾਨ ਪਾਸ ਹੀ ਨਾ ਕਰਦਾ। ਪਲੰਬਿੰਗ ਸਿਸਟਮ ਮਾੜਾ, ਕਾਰਡੀਓਵੈਸਕੂਲਰ ਸਿਸਟਮ ਮਾੜਾ, ਸਾਡੇ ਸਾਰੀਆਂ ਚੀਜ਼ਾਂ ਮਾੜੇ ਤੋਂ ਭਾਵ ਅਗੇਨ 40 45 ਸਾਲ ਤੱਕ ਓਕੇ, ਉਸ ਤੋਂ ਬਾਅਦ ਕੰਮ ਖਰਾਬੀ। ਫਿਰ ਆਉਂਦੀ ਹੈ ਕਿ ਜਦੋਂ ਅਸੀਂ ਜੀਨਸ ਨੂੰ ਬਦਲਣਾ ਸ਼ੁਰੂ ਕਰਨਾ ਹੈ, ਉਹਦੇ 'ਚ ਬੜੇ ਬੜੇ ਐਥੀਕਲ ਸਵਾਲ ਆਉਣੇ ਸ਼ੁਰੂ ਹੋਣੇ ਨੇ ਕਿ ਵੀ ਅਸੀਂ ਉਹ ਕਿਹੜੇ ਜੀਨਸ, ਸਿਰਫ ਫੰਕਸ਼ਨਲ, ਸਟਰਕਚਰਲ, ਕਿ ਸਾਡੇ ਜਿਹੜੇ ਕੌਨਸੈਪਟ ਨੇ ਇੰਟੈਲੀਜੈਂਸ ਦੇ ਹੈ। ਮਾਂ ਪਿਓ ਚਾਹਣਗੇ ਕਿ ਸਾਡਾ ਬੱਚਾ ਜਿਹੜਾ ਵੈ ਉਹ ਵੱਡਾ ਹੋ ਕੇ ਬੜਾ ਮੈਥਮੈਟੀਸ਼ੀਅਨ ਬਣੇ, ਅਤੇ ਉਹਦੇ ਜੀਨ ਤੁਸੀਂ ਬਦਲਾ ਦਿੱਤੇ। ਜੇ ਮੈਥਮੈਟਿਕਸ ਦੇ ਕੋਈ ਜੀਨਸ ਸਾਨੂੰ ਲੱਭ ਜਾਣ, ਅਤੇ ਉਹ ਵੱਡਾ ਹੋ ਕੇ ਦੇਖਣਾ ਚਾਹੁੰਦਾ ਕਿ ਯਾਰ ਮੈਂ ਸੰਗੀਤਕਾਰ ਬਣਨਾ ਚਾਹੁੰਦਾ ਸਾਂ, ਉਹਨੇ ਤਾਂ ਮਾਂ ਪਿਓ ਦੀ ਜਾਨ ਖਾ ਜਾਣੀ ਹੈ ਕਿ ਤੁਸੀਂ ਮੇਰਾ ਗਲਤ ਕੀ ਕੀਤਾ। ਇਹ ਬੜੇ ਬੜੇ ਸਿਨਾਰੀਓ ਨੇ, ਹਾਂਜੀ, ਕਿ ਜੀਨਸ ਦੀ ਐਥਿਕਸ ਦਾ ਬੜਾ ਵੱਡਾ ਇੰਪੋਰਟੈਂਟ ਰੋਲ ਆਉਂਦਾ। ਫਿਰ ਉਹਦੇ 'ਚ ਇੱਕ ਰੋਲ ਇਹ ਆਉਂਦਾ ਹੈ ਕਿ ਜੀਨਾਂ ਦੀ ਜਦੋਂ ਅਸੀਂ ਤਬਦੀਲੀ ਕਰਾਂਗੇ ਨਾ, ਜੇ ਅਸੀਂ ਬੋਡੀ ਵਿੱਚ, ਜਿਹਨੂੰ ਅਸੀਂ ਜੈਨੇਟਿਕ ਇੰਜੀਨੀਅਰਿੰਗ ਕਹਿੰਦੇ ਹਾਂ, ਜੈਨੇਟਿਕ ਥੈਰੇਪੀ ਕਹਿੰਦੇ ਹਾਂ, ਜੀਨ ਥੈਰੇਪੀ, ਉਹਦੇ ਇੱਕ ਬੜੇ ਵੱਡੇ ਸੋਸ਼ਲ ਡਾਇਲੈਮਾ ਹੈ, ਹਾਂਜੀ। ਉਹ ਡਾਇਲੈਮਾ ਇਹ ਹੈ ਕਿ ਜਿਉਂ ਹੀ ਅਸੀਂ ਮਨੁੱਖੀ ਜੀਨਾਂ ਦੇ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਕਰੀਏ ਤੇ ਅਸੀਂ ਮਨੁੱਖ ਨਹੀਂ ਰਵਾਂਗੇ, ਕਿਉਂਕਿ ਜੋ ਇਵੋਲੂਸ਼ਨ 'ਚ ਬਣਿਆ ਉਹ 'ਚ ਜਦੋਂ ਅਸੀਂ ਚੇਂਜ ਕਰਾਂਗੇ ਤੇ ਸਾਡੀ ਮਨੁੱਖਤਾ ਗਵਾਚ ਜਾਏਗੀ। ਇਹ ਬੜੀ ਵੱਡਾ ਇੱਕ ਵਿਊ ਪੁਆਇੰਟ ਹੈ ਫਿਲਾਸਫੀ ਦਾ। ਤੇ ਵੀ ਕਿਸੇ ਕਿਸਮ ਦੀ ਵੀ ਤਬਦੀਲੀ ਕਰਨੀ ਸਾਡੇ ਜੀਨਾਂ ਵਿੱਚ, ਇਹ ਮਨੁੱਖ ਦਾ ਹੱਕ ਨਹੀਂ ਹੋਣਾ ਚਾਹੀਦਾ, ਖਾਸ ਕਰਕੇ ਜੇ ਉਹ ਤਬਦੀਲੀ ਕਿਸੇ ਦੂਜੇ ਜਾਨਵਰ ਦੇ ਜੀਨ ਲੈ ਕੇ ਕੀਤੀ ਜਾ ਰਹੀ ਹੈ। ਜਿਵੇਂ ਬੜੇ ਜੀਨ ਇਹੋ ਜਿਹੇ ਨੇ, ਕਿਉਂਕਿ ਮਨੁੱਖੀ ਜੀਨ ਜਿਹੜੇ ਨੇ ਉਹ 90 95% ਤੋਂ ਵੀ ਜ਼ਿਆਦਾ ਉਹਨਾਂ ਦੀ ਸਿਮਿਲੈਰਿਟੀ ਸੂਰ ਦੇ ਜੀਨਾਂ ਨਾਲ ਜ਼ਿਆਦਾ ਢੁਕਦੀ ਹੈ। ਹੁਣ ਜੇ ਇੱਕ ਸੂਰ ਦਾ ਜੀਨ ਜਿਹੜਾ 10,000 ਅੱਖਰ ਲੰਬਾ ਹੈ, ਟੋਟਲ 3 ਬਿਲੀਅਨ ਅੱਖਰਾਂ ਵਿੱਚੋਂ, ਜੇ ਉਹ ਮੇਰੀ ਸਕਿਨ 'ਚ ਪਾਤਾ ਜਾਏ, ਕਿਉਂਕਿ ਮੈਨੂੰ ਕੋਈ ਪ੍ਰੋਬਲਮ ਹੈ ਜਾਂ ਮੈਂ ਇੰਪਰੂਵ ਜਾਂ ਸੋਹਣੀ ਸਕਿਨ ਬਣਾਉਣਾ ਚਾਹੁੰਦਾ, ਤੇ ਕੁਐਸਚਨ ਆਉਂਦਾ ਕਿ ਕੀ ਮੈਂ ਥੋੜ੍ਹਾ ਜਿਹਾ ਸੂਰ ਹੋ ਗਿਆ? ਹਾਂਜੀ, ਇਹ ਐਸਾ ਇੰਪੋਰਟੈਂਟ ਸਵਾਲ ਹੈ ਕਿ ਅਸੀਂ, ਜਿਹਦਾ ਸਵਾਲ ਜਦੋਂ ਹਾਰਟ ਟਰਾਂਸਪਲਾਂਟੇਸ਼ਨ ਆਈ ਸੀ ਨਾ, ਬਲੱਡ ਟਰਾਂਸਫਿਊਜ਼ਨ ਆਈ ਸੀ, ਇਹ ਉਦੋਂ ਵੀ ਹੁੰਦਾ ਸੀ ਕਿ ਇਹ ਮੈਨੂੰ ਦੂਜੇ ਕਾਲੇ ਦਾ, ਕਿਉਂਕਿ ਸਾਰੀ ਰਿਸਰਚ ਹੋਈ ਸੀ ਸਾਊਥ ਅਫਰੀਕਾ 'ਚ ਹਾਰਟ ਟਰਾਂਸਪਲਾਂਟੇਸ਼ਨ ਦੀ, ਚਿੱਟੇ ਸ਼ੁਰੂ 'ਚ ਕਾਲੇ ਬੰਦੇ ਦਾ ਦਿਲ ਨਹੀਂ ਸੀ ਲੈਣ ਨੂੰ ਤਿਆਰ। ਹਿੰਦੁਸਤਾਨ ਦੇ ਵਿੱਚ ਕਾਸਟਿਜ਼ਮ ਦੇ ਜਾਤ ਪਾਤ ਦੇ ਆਧਾਰ 'ਤੇ ਬਲੱਡ ਟਰਾਂਸਫਿਊਜ਼ਨ ਦਾ ਪੰਗਾ ਪੈ ਜਾਂਦਾ। ਫਿਰ ਜਦੋਂ ਮੌਤ ਨਾਲ ਸਾਹਮਣਾ ਪੈਂਦਾ, ਫਿਰ ਸਭ ਭੁੱਲ ਜਾਈਦਾ, ਹਾਂਜੀ। ਉੱਥੋਂ ਇੱਕ ਅੱਜ ਤੋਂ 20 ਸਾਲ ਪਹਿਲੇ ਜਿਹੜੇ ਵੱਡੇ ਬੁਸ਼ ਦਾ ਪ੍ਰੈਜ਼ੀਡੈਂਟ ਆਫ ਅਮਰੀਕਾ, ਇਰਾਕ ਜੰਗ ਵਾਲਾ ਬੁਸ਼ ਨਹੀਂ, ਉਹਦੇ ਪਿਤਾ ਜੀ, ਵੱਡੇ ਬੁਸ਼ ਦਾ ਇੱਕ ਮੇਨ ਐਡਵਾਈਜ਼ਰ ਸੀ, ਇੱਕ ਸਾਇੰਟਿਸਟ ਤੇ ਫਿਲੋਸਫਰ ਤੇ ਥਿੰਕਰ, ਫਰਾਂਸਿਸ ਫੁਕੂਯਾਮਾ। ਮੇਰੀ ਵੀ ਉਹਦੇ ਨਾਲ ਕਈ ਵਾਰ ਮੁਲਾਕਾਤ ਹੋਈ ਹੈ। ਉਹਦਾ ਵਿਊ ਸੀ ਕਿ ਜੇ ਅਸੀਂ ਆਪਣੇ ਮਨੁੱਖਾਂ ਦੀ ਜੀਨ ਦੇ ਵਿੱਚ ਕੋਈ ਵੀ ਤਬਦੀਲੀ ਕਰਾਂਗੇ, ਥੋੜ੍ਹੀ ਤੋਂ ਥੋੜ੍ਹੀ ਵੀ, ਛੋਟੀ ਤੋਂ ਛੋਟੀ ਵੀ, ਤੇ ਅਸੀਂ ਓਨਾ ਕੁ ਮਨੁੱਖਤਾ ਗਵਾ ਬੈਠਾਂਗੇ। ਉਹ ਇਸ ਵਿਊ ਪੁਆਇੰਟ ਦੇ ਕਰਕੇ ਅਮਰੀਕਾ 'ਚ 5 ਸਾਲ ਤੱਕ ਜੈਨੇਟਿਕ ਇੰਜੀਨੀਅਰਿੰਗ ਦੀ ਰਿਸਰਚ ਆਲਮੋਸਟ ਬੈਨ ਹੋਈ। ਉਹਨਾਂ ਨੂੰ ਕੋਈ ਗ੍ਰਾਂਟਾਂ ਮਿਲਣੀਆਂ ਬੰਦ ਹੋ ਗਈਆਂ, ਜਿਹਦੇ ਨਾਲ ਬੜੀਆਂ ਨਵੀਆਂ ਜਿਹੜੀਆਂ ਬਿਮਾਰੀਆਂ ਦੇ ਇਲਾਜ ਲੱਭੇ ਜਾ ਸਕਦੇ ਸੀ, ਉਹ ਰੁਕ ਗਏ। ਸੋ ਇਹ ਐਥੀਕਲ ਕੁਐਸਚਨਸ ਕਿ ਪੋਲੀਟੀਸ਼ੀਅਨਸ ਦੇ ਐਡਵਾਈਜ਼ਰ ਕੌਣ ਨੇ, ਉਹਨਾਂ ਦੀ ਆਪਣੀ ਆਈਡੀਓਲੋਜੀ ਕੀ ਹੈ, ਇਹ ਚੀਜ਼ਾਂ ਤੇ ਕਰਦਾ। ਇਹ ਇੱਕ ਬੜੀ ਵੱਡਾ ਇਹਦੇ ਨਾਲ ਜੁੜੀ ਹੁੰਦੀ ਹੈ, ਇੱਕ ਜਿਹਨੂੰ ਕਹਿੰਦੇ ਨੇ ਡੈਲਫਿਕ ਬੋਟ ਦਾ ਡਾਇਲੈਮਾ, ਹਾਂਜੀ, ਇੱਕ ਜਿਹਨੂੰ ਕਹਿੰਦਾ ਮੈਥੋਲੋਜੀ ਦੀ ਕਹਾਣੀ। ਉਹਦੇ ਕਈ ਨਾਂ ਨੇ, ਪਰ ਇੱਕ ਬੇਸਿਕ ਐਗਜ਼ਾਮਪਲ ਇਹ ਦਿੱਤੀ ਜਾਂਦੀ ਹੈ ਕਿ ਜੇ ਇੱਕ ਲੱਕੜੀ ਦੀ ਬੇੜੀ ਹੈ ਜਿਹਦੇ ਵਿੱਚ 30 ਇੰਚ ਫੱਟੀਆਂ ਲੱਗੀਆਂ ਹੋਈਆਂ, ਅਤੇ ਉਹਦੀ ਜਿਹੜੀ ਇੱਕ ਫੱਟੀ ਹੈ ਉਹ ਥੋੜ੍ਹੀ ਖਰਾਬ ਹੋ ਗਈ ਹੈ, ਅਤੇ ਅਸੀਂ ਉਹਨੂੰ ਕੱਢ ਕੇ ਉਹਦੀ ਥਾਂ 'ਤੇ ਨਵੀਂ ਫੱਟੀ ਲਾਈ ਹੈ, ਹਾਂਜੀ। ਹੁਣ ਉਹ ਜਿਹੜੀ ਡੈਲਫੀ ਬੋਟ ਹੈ ਗ੍ਰੀਕ ਦੀ ਕਹਾਣੀ ਦੇ ਵਿੱਚ, ਉਹ ਥੋੜ੍ਹੀ ਜਿਹੀ ਘੱਟ ਡੈਲਫਿਕ ਬੋਟ ਹੋ ਗਈ ਕਿ ਨਹੀਂ। ਸਿਰਫ ਇਹ ਹੀ ਨਹੀਂ, ਫਿਰ ਅਗਲੇ ਹਫਤੇ ਜਾਂ ਉਸ ਤੋਂ ਬਾਅਦ ਦੂਜੀ ਫੱਟੀ ਵੀ ਸਾਨੂੰ ਬਦਲਣੀ ਪਈ ਹੈ। ਇੰਝ ਕਰਦੇ 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 ਅਸੀਂ 30 ਦੀਆਂ 30 ਫੱਟੀਆਂ ਉਹਦੀਆਂ ਬਦਲ ਦਿੱਤੀਆਂ। ਉਹ ਹੁਣ ਡੈਲਫਿਕ ਬੋਟ ਹਾਲੀ ਵੀ ਹੈ ਕਿ ਨਹੀਂ?
ਨਾ ਹੀ ਸਿਰਫ ਇਹ ਤੇ ਜਿਹੜੀਆਂ 30 ਪੁਰਾਣੀਆਂ ਫੱਟੀਆਂ ਸੀ ਉਹਦੇ ਵਿੱਚੋਂ ਕੁਝ ਹਿੱਸੇ ਕੱਟ-ਕੁੱਟ ਕੇ ਦੁਬਾਰਾ ਇੱਕ ਨਵੀਂ ਅਸੀਂ ਕਰ ਲਈ ਹੈ ਬੇੜੀ ਤਿਆਰ। ਤੇ ਕੀ ਹੁਣ ਨਵੀਂ ਬੇੜੀ ਡੈਲਫਿਕ ਬੋਟ ਦੇ ਨਾਂ ਥੱਲੇ ਹੀ ਹੋਏਗੀ? ਹਾਂਜੀ, ਇਹ ਕਿਉਂਕਿ ਕਨਸੈਪਟ ਫਿਰ ਉਹਦੇ ਤੇ ਆ ਜਾਂਦੇ ਨਾ ਕਿ ਜਿਵੇਂ ਸਾਡੇ ਅੰਦਰ ਕੋਈ ਸਪੈਸ਼ਲ ਇਸੈਂਸ਼ੀਅਲ ਹੋ ਜੇ ਮੇਰੇ 'ਚ ਜਦੋਂ ਕਿਸੇ ਦੂਜੇ ਦਾ ਦਿਲ ਪਾਤਾ ਜਾਂਦਾ ਕਿ ਮੈਂ ਉਹ ਦੂਜਾ ਮਨੁੱਖ ਬਣ ਗਿਆ, ਜਾਂ ਜਿਹੜਾ ਬਲੱਡ ਜੇ ਮੈਨੂੰ ਲੈਣਾ ਪੈ ਜੇ ਕਿਸੇ ਦਾ ਤੇ ਕੀ ਮੈਂ ਉਹਦੇ ਸਾਰੇ ਮੇਰੇ ਕੋਲ ਗੁਣ ਆਉਣੇ ਸ਼ੁਰੂ ਹੋ ਜਾਂਦੇ। ਇਹ ਪ੍ਰੋਬਲਮਸ ਆਤਮਾ ਪਰਮਾਤਮਾ ਵਾਲਿਆਂ ਨੂੰ ਬੜੀ ਦਿੱਕਤ ਆਉਂਦੀ ਐਕਸਪਲੇਨ ਕਰਨ ਲੱਗਿਆ। ਸਾਇੰਸਦਾਨ ਕਹਿੰਦਾ ਕਿ ਨਹੀਂ, ਕਿਉਂਕਿ ਸਾਡੀ ਸਾਰੀਆਂ ਸਿਮਿਲੈਰਿਟੀਜ਼ ਹੈਗੀਆਂ, ਅਸੀਂ ਜਿਹੜਾ ਵੀ ਆਪਟੀਮਲ ਹੈ ਪ੍ਰੋਪਰ ਹੈ ਅਸੀਂ ਉਹਨੂੰ ਵਰਤ ਸਕਦੇ ਹਾਂ। ਤੇ ਹੁਣ ਇਹ ਵੀ ਚੱਲ ਰਿਹਾ ਕਿ ਵੀ ਕਿਡਨੀਜ਼ ਤੇ ਦਿਲ ਜਿਨ੍ਹਾਂ ਦੀ ਟਰਾਂਸਪਲਾਂਟੇਸ਼ਨ ਦੇ ਲਈ ਬੜੇ ਸਾਲਾਂ ਦੀ ਵੇਟ ਲਈ ਹੁੰਦੀ ਹੈ ਕਿ ਉਹਦੇ ਲਈ ਅਸੀਂ ਕਿਸੇ ਦੂਜੇ ਜਾਨਵਰਾਂ ਦੇ ਜਾਂ ਲੈਬੋਰਟਰੀ 'ਚ ਬਣਾਏ ਹੋਏ ਉਹ ਵਾਲੇ ਦਿਲ ਤੇ ਗੁਰਦੇ ਬਣਾ ਕੇ ਵਰਤੀਏ ਕਿ ਨਾ ਵਰਤੀਏ। ਪਰ ਇਹ ਹੋ ਸਕਦਾ ਤੇ ਹੁੰਦਾ ਪਿਆ। ਫਿਰ ਜੈਨੇਟਿਕਸ ਨੂੰ ਇੰਪਰੂਵ ਕਰਨ ਦਾ ਕਿ ਜੀਨਸ ਕਿਵੇਂ ਸਾਡੀ ਉਮਰ ਨੂੰ ਅਫੈਕਟ ਕਰਦੇ ਨੇ, ਉਹਦਾ ਇੱਕ ਬੜੇ ਦਿਲਚਸਪ ਐਕਸਪੈਰੀਮੈਂਟ ਹੋਏ ਸੀ ਅੱਜ ਤੋਂ 15-20 ਸਾਲ ਪਹਿਲੇ। ਉਹ ਵੀ ਮੇਰਾ ਇੱਕ ਬੜਾ ਅੱਛਾ ਦੋਸਤ ਹੈ ਮਾਈਕਲ ਰੋਜ਼, ਕੈਨੇਡੀਅਨ ਸਾਇੰਟਿਸਟ ਹੈ, ਅਮਰੀਕਾ 'ਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਮੇਰੇ ਖਿਆਲ 'ਚ ਡੇਵਿਸ 'ਚ ਉੱਥੇ ਕੰਮ ਕਰਦਾ। ਉਹਦਾ ਬੜਾ ਇੰਟਰਸਟਿੰਗ ਐਕਸਪੈਰੀਮੈਂਟ ਸੀ ਕਿ ਉਹਨੇ ਜਿਹੜੇ ਡਰੋਸੋਫਿਲਾ, ਇਹ ਜਿਹੜੀਆਂ ਹੁੰਦੀਆਂ ਨੇ ਫਰੂਟ ਫਲਾਈਜ਼, ਜਿਹੜੇ ਫਲਾਂ ਦੇ ਉੱਤੇ ਇੱਕ ਮੱਖੀ ਚੱਲਦੀ, ਉਹ ਸਾਡੀ ਰਿਸਰਚ 'ਚ ਬੜੀ ਵਰਤਦੇ ਆ। ਉਹਦਾ 30 ਦਿਨ ਦੀ ਜ਼ਿੰਦਗੀ ਹੁੰਦੀ ਹੈ ਲੈਬੋਰਟਰੀ 'ਚ। ਉਹਨੇ ਕਿਹਾ ਕਿ ਅੱਛਾ ਮੈਂ ਜੀਨ ਕੱਲਾ ਤਾਂ ਨਹੀਂ ਕਰ ਸਕਦਾ, ਪਰ ਉਹਨੇ ਕਿਹਾ ਕਿ ਜਿਹੜੇ ਉਸ ਜਾਨਵਰਾਂ ਵਿੱਚ ਵੱਧ ਤੋਂ ਵੱਧ ਉਮਰ ਜਿਉਂਦੇ ਨੇ, ਕਿਉਂਕਿ ਮੱਖੀ ਦੀ ਉਮਰ 30 ਦਿਨ ਹੈ ਲੈਬੋਰਟਰੀ ਵਿੱਚ, ਕਈ 5 ਦਿਨਾਂ ਬਾਅਦ ਮਰਦੀਆਂ, 6, 7, 8, ਪਰ 10% ਜਾਂ 5% ਮੱਖੀਆਂ 30ਵੇਂ ਦਿਨ ਤੱਕ ਪੁੱਜਦੀਆਂ। ਉਹਨੇ ਕਿਹਾ ਕਿ ਨਹੀਂ, ਸਿਰਫ ਜਿਹੜੇ 27ਵੇਂ 28ਵੇਂ ਦਿਨ ਦੇ ਵਿੱਚ ਅੰਡੇ ਦਿੰਦੀਆਂ ਨੇ ਨਾ, ਸਿਰਫ ਉਹ ਮੱਖੀ ਦੇ ਅੰਡਿਆਂ ਨੂੰ ਅਗਲੀ ਜਨਰੇਸ਼ਨ ਕਾਇਮ ਕਰਨ ਦਾ ਮੈਂ ਹੱਕ ਦੇਣਾ, ਕਿ ਬਾਕੀ ਉਸ ਤੋਂ ਪਹਿਲੇ ਵਾਰੇ ਸਾਰੇ ਸੁੱਟ ਦਿੱਤੇ ਅੰਡੇ। ਜਿਹੜੇ ਉਸ ਮੱਖੀ ਨੇ ਆਪਣੇ ਐਕਸਟ੍ਰੀਮ ਬੁਢੇਪੇ 'ਚ ਜਾ ਕੇ, ਬੜੇ ਥੋੜੇ ਭਾਵੇਂ ਸਨ, ਉਹਨਾਂ ਨੂੰ ਪੈਦਾ ਕੀਤਾ, ਉਹਨਾਂ ਦੇ ਵਿੱਚੋਂ ਫਿਰ ਨਵੀਆਂ ਮੱਖੀਆਂ ਬਣੀਆਂ। ਫਿਰ ਜਦੋਂ ਉਹ ਬੁੱਢੀਆਂ ਹੋਣੀਆਂ ਸ਼ੁਰੂ ਹੋਈਆਂ 30 ਦਿਨ ਦੀਆਂ, ਉਹਨਾਂ ਦੇ 28-29 ਦਿਨ ਵਾਲੇ ਅੰਡੇ ਲਏ ਤੇ ਉਹਨਾਂ ਨੂੰ ਵੱਡਾ ਕੀਤਾ। ਇਹ ਉਹਨੇ ਇੰਜ ਜਨਰੇਸ਼ਨ ਕਰਦਾ ਰਿਹਾ। 5 ਜਨਰੇਸ਼ਨਾਂ ਦੇ ਬਾਅਦ 5 ਵਾਰੀ ਇਹ ਰਾਊਂਡ ਕਰਕੇ ਜੀ ਸਿਰਫ ਤੇ ਸਿਰਫ ਬੁੱਢੀ ਮਾਂ ਦੇ ਅੰਡੇ ਨੂੰ ਵਰਤਿਆ ਗਿਆ। ਉਹਦੇ ਜਿਹੜੀ ਸੀ ਮੱਖੀ ਸੀ, ਉਹ ਓਰੀਜਨਲ 30 ਦਿਨ ਦੀ ਥਾਂ ਤੇ ਨਾ 1 ਮਹੀਨੇ ਦੀ ਥਾਂ ਤੇ 5 ਮਹੀਨੇ, 6 ਮਹੀਨੇ, 7 ਮਹੀਨੇ ਜਿਉਣ ਲੱਗ ਪਈ। ਇੱਥੋਂ ਇਹ ਪਤਾ ਲੱਗਾ ਕਿ ਅਸੀਂ ਜੈਨੇਟਿਕ ਸਿਲੈਕਸ਼ਨ ਦੇ ਨਾਲ ਉਮਰ ਲੰਬੀ ਕਰ ਸਕਦੇ ਹਾਂ ਤੇ ਸਿਹਤ ਵੀ ਵਧਾ ਸਕਦੇ ਹਾਂ। ਹੁਣ ਉਹ ਇਹੀ ਐਕਸਪੈਰੀਮੈਂਟ ਚੂਹਿਆਂ ਤੇ ਵੀ ਕਰਨਾ ਚਾਹੁੰਦਾ, ਪਰ ਉਹਨੇ ਕੈਲਕੂਲੇਟ ਕੀਤਾ ਕਿ ਚੂਹੇ ਦਾ ਐਕਸਪੈਰੀਮੈਂਟ ਕਰਨ ਲਈ ਉਹਨੂੰ ਘੱਟੋ ਘੱਟ 40 ਜਨਰੇਸ਼ਨਾਂ ਇੰਜ ਲੰਘਾਉਣੀਆਂ ਪੈਣਗੀਆਂ, ਜਿਹੜੀਆਂ ਲੈਬੋਰਟਰੀ 'ਚ ਤਾਂ ਕਰ ਸਕਦਾ, ਪਰ ਉਹਨੂੰ ਕਦੇ ਕਿਸੇ ਨੇ ਬਹੁਤੇ ਪੈਸੇ ਨਹੀਂ ਦਿੱਤੇ, ਕਿਉਂਕਿ ਐਡਾ ਵੱਡਾ ਐਕਸਪੈਰੀਮੈਂਟ ਕਰਨ ਲਈ ਉਹਨੂੰ 15-20 ਸਾਲ ਲੱਗ ਜਾਣੇ ਨੇ। ਹੁਣ ਅਸੀਂ ਮਨੁੱਖ ਵੀ ਆਪਣੀ ਜੈਨੇਟਿਕ ਸਿਲੈਕਸ਼ਨ ਇੰਜ ਕਰ ਸਕਦੇ ਹਾਂ ਕਿ ਸਿਰਫ ਤੇ ਸਿਰਫ ਉਹੀ ਬੱਚੇ ਵੱਡੇ ਹੋਣ ਜਿਨ੍ਹਾਂ ਦੀ ਮਾਂ ਦੀ ਉਮਰ ਘੱਟੋ ਘੱਟ 40 ਸਾਲ ਸੀ ਜਦੋਂ ਉਹਨਾਂ ਨੂੰ ਜਨਮ ਦਿੱਤਾ। ਹਾਂਜੀ, ਸਿਰਫ 40 ਸਾਲ ਵਾਲੀ ਮਾਂ ਦੇ ਪੈਦਾ ਕੀਤੇ ਮੁੰਡੇ ਕੁੜੀ ਅੱਗੇ ਵੱਡੇ ਹੋਣ ਤੇ ਫਿਰ ਉਹਨਾਂ ਦਾ ਸੰਬੰਧ ਵੀ ਉਸੇ ਕਿਸਮ ਦੇ ਬੱਚੇ ਜਿਹੜੇ 40 ਸਾਲ ਦੀ ਮਾਂ ਵਾਲੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਮਿਲਾਪ ਹੋਵੇ ਤੇ ਅਗਲੀ ਜਨਰੇਸ਼ਨ ਬਣੇ। ਤੇ ਹੋ ਸਕਦਾ ਉਹ ਕੈਲਕੂਲੇਟ ਕੀਤਾ ਜਾਂਦਾ ਕਿ 100 ਜਨਰੇਸ਼ਨਾਂ ਇੰਜ ਕਰਨ ਤੋਂ ਬਾਅਦ ਮਨੁੱਖ ਦੀ ਵੀ ਜਿਹੜੀ ਜ਼ਿੰਦਗੀ ਹੈ ਇਸੈਂਸ਼ੀਅਲ ਲਾਈਫ ਸਪੈਨ ਵਾਲੀ, ਉਹ 45 ਤੋਂ ਸ਼ਾਇਦ 65 ਤੇ ਆ ਜਾਏਗੀ। ਹੁਣ ਇਹ ਐਕਸਪੈਰੀਮੈਂਟ ਤਾਂ ਨਹੀਂ ਨਾ ਕੀਤਾ ਜਾ ਸਕਦਾ, ਕਿਉਂਕਿ ਇਹਦੇ ਵਿੱਚ ਇਹ ਹੈ ਕਿ ਵੀ ਜਿਹੜੇ ਛੋਟੀ ਮਾਂ ਦੇ ਜੰਮੇ ਬੱਚੇ ਨੇ, ਆ ਜਿਹੜੀ ਆਮ ਏਜ ਗਰੁੱਪ ਹੁੰਦਾ 20 ਤੋਂ 30 ਸਾਲ 'ਚ ਜ਼ਿਆਦਾ ਬੱਚੇ ਉਹਨਾਂ ਔਰਤਾਂ ਨੂੰ ਹੀ ਜੰਮਦੇ ਨੇ, ਤੇ ਇਹ ਇੰਜ ਨਹੀਂ ਜੇ ਵਧਣਾ। ਸੋ ਜੈਨੇਟਿਕ ਸਿਲੈਕਸ਼ਨ ਹੋ ਸਕਦੀ ਹੈ ਥਿਓਰੈਟੀਕਲੀ। ਪ੍ਰੈਕਟੀਕਲੀ ਅਸੀਂ ਅਲਾਓ ਕਿਵੇਂ ਕਰੀਏ ਜਾਂ ਕਿਵੇਂ ਨਹੀਂ ਕਰੀਏ, ਉਹਦੇ ਵਿੱਚ ਫਿਰ ਕੋਰਿਲੇਸ਼ਨ ਆਉਂਦੇ ਕਿ ਜਿਹੜੇ ਬੱਚੇ ਇੰਜ ਥੋੜ੍ਹੀ ਵੱਡੀ ਉਮਰ ਵਾਲੀਆਂ ਔਰਤਾਂ ਦੇ ਨੇ, ਕੀ ਉਹਨਾਂ ਦੀ ਉਮਰ ਵੀ ਥੋੜ੍ਹੀ ਜਿਹੀ ਲੰਬੀ ਹੁੰਦੀ ਹੈ? ਹਾਂ, ਉਹਨਾਂ ਦਾ ਕੁਛ ਚਾਂਸ ਹੈਗਾ ਕਿ ਜਿਹੜੀਆਂ ਔਰਤਾਂ 40 ਸਾਲ ਤੋਂ ਵੱਧ ਦੀ ਉਮਰ ਦੇ ਵਿੱਚ ਬੱਚੇ ਪੈਦਾ ਕਰਦੀਆਂ, ਉਹਨਾਂ ਦੇ ਬੱਚਿਆਂ ਦੀ ਵੀ ਉਮਰ ਜ਼ਿਆਦਾ ਵਧੀਆ ਹੋਣ ਦੇ ਚਾਂਸ ਨੇ, ਪਰ ਉਹੀ ਫਿਰ ਚਾਂਸ ਨੇ ਕਿ ਪ੍ਰੋਬੇਬਿਲਿਟੀਜ਼ ਨੇ। ਸੋ ਇੱਕ ਤਾਂ ਇਹ ਤਰੀਕਾ ਹੈ ਕਿ ਅਸੀਂ ਜੇ ਆਪਣੇ ਜੀਨ ਵਧਾਉਣੇ ਨੇ ਕਿ ਅਸੀਂ ਕਿਸੇ ਚੰਗੀਆਂ ਚੀਜ਼ਾਂ ਨੂੰ ਲੱਭ ਕੇ ਸਿਲੈਕਸ਼ਨ ਕਰੀਏ। ਫਿਰ ਆਉਂਦਾ ਹੈ ਕਿ ਜੀਨਸ ਜਿਹੜੇ ਨੇ ਮਿਊਟੇਸ਼ਨਸ ਨਾਲ ਚੇਂਜ ਹੁੰਦੇ। ਮਿਊਟੇਸ਼ਨ ਦਾ ਮਤਲਬ ਉਹੀ ਕਿ ਜੀਨ ਦੇ ਅੱਖਰਾਂ ਦੇ ਸੀਕੁਐਂਸ ਦੇ ਵਿੱਚ ਕੋਈ ਤਬਦੀਲੀ ਕਰਨੀ, ਜਿਹੜੀ ਹਰ ਸਮੇਂ ਸਾਡੇ ਸਰੀਰ 'ਚ ਚੱਲ ਰਹੀ ਹੈ। ਜਿਵੇਂ ਪਹਿਲਾਂ ਵੀ ਕਹਿ ਦਿੱਤਾ ਕਿ ਬਹੁਤੀਆਂ ਮਿਊਟੇਸ਼ਨਸ ਬਿਲਕੁਲ ਨਿਊਟਰਲ ਹੁੰਦੀਆਂ, ਕੋਈ ਪਤਾ ਨਹੀਂ ਲੱਗਦਾ
ਕਿ ਕੀ ਤਬਦੀਲੀ ਹੋਈ ਹੈ, ਬੜੇ ਛੋਟੇ ਛੋਟੇ ਉਹਦੇ ਇਫੈਕਟ ਹੁੰਦੇ ਨੇ। ਫਿਰ ਕੁਝ ਮਿਊਟੇਸ਼ਨਸ ਹੁੰਦੀਆਂ ਨੇ ਕਿ ਜਿਨ੍ਹਾਂ ਦੇ ਬੜੇ ਨੁਕਸਾਨ ਹੁੰਦੇ ਨੇ, ਜ਼ਿਆਦਾ ਮਿਊਟੇਸ਼ਨਸ ਦੇ ਨੁਕਸਾਨ ਹੀ ਹੁੰਦੇ ਨੇ। ਬੜੀਆਂ ਘੱਟ ਮਿਊਟੇਸ਼ਨਸ ਨੇ ਜਿਹਦੇ ਕੋਈ ਫਾਇਦੇ ਵੀ ਹੁੰਦੇ ਹੁਣ, ਉਹਨਾਂ ਨੂੰ ਲੱਭਣਾ ਮਨੁੱਖ ਦੇ ਮਾਮਲੇ 'ਚ ਬੜਾ ਥੋੜ੍ਹਾ ਜਿਹਾ ਚੈਲੰਜਿੰਗ ਹੋ ਜਾਂਦਾ। ਤੇ ਅਸੀਂ ਕੋਈ ਵੀ ਦੋ ਮਨੁੱਖ ਇੱਕੋ ਜਿਹੇ ਨਹੀਂ ਆ। ਉਹ ਜਿਹੜੇ ਫੁਕੂਯਾਮਾ ਦੇ ਆਰਗੂਮੈਂਟ ਦੇ ਅਗੇਂਸਟ ਮੈਂ ਵੀ ਆਰਟੀਕਲ ਲਿਖਿਆ ਸੀ ਕਿ ਉਹ ਫੁਕੂਯਾਮਾ ਨੂੰ ਇਹ ਦੁਬਾਰਾ ਯਾਦ ਦਿਵਾਇਆ ਕਿ ਮਹਾਰਾਜ ਜੀ ਕੋਈ ਵੀ ਦੋ ਮਨੁੱਖ ਐਬਸੋਲੂਟਲੀ ਨਾਰਮਲ ਨਹੀਂ ਹੁੰਦੇ। ਸੋ ਤੁਸੀਂ ਕਿਹਨੂੰ ਕਹੋਗੇ ਕਿ ਨਾਰਮਲ ਹਿਊਮਨ ਜੀਨੋਮ ਹੈ ਕਿ ਜਿਹਦੇ 'ਚ ਤਬਦੀਲੀ ਨਹੀਂ ਕਰਨੀ? ਹਾਂਜੀ, ਕੋਈ ਦੋ ਸਗੇ ਭੈਣ ਭਰਾ ਵੀ ਜਿਹੜੇ ਨੇ ਨਾ, ਇੱਕ ਦੂਜੇ ਨਾਲੋਂ ਕਿੰਨੇ % ਉਹਨਾਂ ਦਾ ਸੀਕੁਐਂਸ ਵੱਖ-ਵੱਖ ਹੁੰਦਾ ਹੈ। ਸਿਰਫ ਜਿਹੜੇ ਟਵਿਨਸ ਹੁੰਦੇ ਨੇ, ਇੱਕ ਅੰਡੇ ਦੇ ਬਣੇ ਟਵਿਨਸ, ਉਹਨਾਂ ਦੇ ਅੱਖਰਾਂ ਦੀ ਸੀਕੁਐਂਸ ਸ਼ੁਰੂ 'ਚ ਇੱਕੋ ਜਿਹੀ ਹੁੰਦੀ ਹੈ, ਪਰ ਫਿਰ ਮਿਊਟੇਸ਼ਨਸ ਹੋਣ ਦੇ ਨਾਲ ਜਿਉਂਦੇ ਸਮੇਂ ਉਹ ਵੀ ਵੱਖਰੇ ਵੱਖਰੇ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਕਿਸੇ ਵੀ ਦੋ ਮਨੁੱਖਾਂ 'ਚ ਘੱਟੋ ਘੱਟ 3 ਲੱਖ ਅੱਖਰਾਂ ਦਾ ਫਰਕ ਹੈ। ਤੇ ਜੇ ਉਹ 10,000 ਅੱਖਰ ਚੇਂਜ ਕਰਕੇ ਮੇਰਾ ਸਰੀਰ ਵਧੀਆ ਜਾਂ ਕਿਸੇ ਬਿਮਾਰੀ ਤੋਂ ਬਚ ਸਕਦਾ ਜਾਂ ਮੈਂ ਉਂਝ ਸਿਹਤਮੰਦ ਹੋ ਸਕਦਾ, ਤੇ ਉਹਦੇ ਵਿੱਚ ਮਨੁੱਖਤਾ ਨੂੰ ਕੀ ਖਤਰਾ ਪੈ ਗਿਆ ਜੀ? ਪਰ ਉਹਦੇ ਉਸ ਆਈਡੀਆਲੋਜੀ ਨੇ, ਕਿਉਂਕਿ ਉਹ ਨੇਚਰ ਦੀ ਆਈਡੀਆਲੋਜੀ 'ਚ ਬਿਲੀਵ ਕਰਦੇ ਸੀ, ਉਹਨੇ ਰਿਸਰਚ ਨੂੰ ਬੜਾ ਘਾਟਾ ਪਾਇਆ। ਸੋ ਮਿਊਟੇਸ਼ਨਸ ਤੇ ਹਰ ਸਮੇਂ ਹੋ ਰਹੀਆਂ ਤੇ ਸਾਨੂੰ ਵੀ ਮਿਊਟੇਸ਼ਨ ਕਰਨੀਆਂ ਪੈਣਗੀਆਂ। ਨੈਚੁਰਲੀ ਜਿਹੜੀਆਂ ਹੁੰਦੀਆਂ ਉਹ 'ਚ ਕੋਈ ਪ੍ਰੋਗਰਾਮ ਨਹੀਂ ਹੁੰਦਾ, ਚਾਂਸ ਹੁੰਦਾ, ਕਦੇ ਇਹ ਹੋ ਗਿਆ ਕਦੇ ਵਧੇ। ਉਹਦੀ ਐਗਜ਼ਾਮਪਲ ਜਿਵੇਂ ਮੈਂ ਦੇ ਦਿੰਦਾ ਕਿ ਜੀ ਤੁਸੀਂ ਵੀ, ਤੁਹਾਡੇ ਵਿੱਚ ਵੀ ਬੜਿਆਂ 'ਚ ਬੜੀਆਂ ਮਿਊਟੇਸ਼ਨਾਂ ਨੇ ਜਿਹਦੀ ਕਈ ਵਾਰ ਪਛਾਣ ਹੁੰਦੀ ਹੈ, ਕਈ ਨਹੀਂ ਹੁੰਦੀ। ਜਿਵੇਂ ਹੁਣ ਮੇਰੇ ਸਰੀਰ 'ਚ, ਸਾਡੇ ਘਰ 'ਚ ਇੱਕ ਮਿਊਟੇਸ਼ਨ ਹੈ ਜਿਹਦੀ ਪਛਾਣ ਹੈ। ਮੇਰੇ ਪਿਤਾ ਜੀ ਜਦੋਂ ਪੈਦਾ ਹੋਏ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਨੀਲਾ ਜਿਹਾ ਰੰਗ ਸੀ। ਹਾਂਜੀ, ਫਿਰ ਪਿਤਾ ਜੀ ਦੇ ਜਿਹੜੇ ਸਾਡੇ ਪਰਿਵਾਰ ਦੇ ਬੱਚੇ ਸੀ, ਮੇਰੇ ਇੱਕ ਵੱਡਾ ਭਰਾ, ਇੱਕ ਵੱਡੀ ਦੋ ਭੈਣਾਂ, ਇੱਕ ਵੱਡੀ ਤੇ ਇੱਕ ਛੋਟੀ, ਤੇ ਮੈਂ। ਸਾਡੇ ਬਲੱਡ ਵਿੱਚ ਇੱਕ ਮਿਊਟੇਸ਼ਨ ਹੈ ਜਿਹਦੇ ਕਰਕੇ ਸਾਡੇ ਖੂਨ ਦਾ ਰੰਗ ਆਲਮੋਸਟ ਨੀਲਾ ਜਿਹਾ ਹੈ। ਜਿਵੇਂ ਜੇ ਤੁਸੀਂ ਦੇਖੋ ਨਾ ਮੇਰੇ ਨਹੁੰ, ਤੁਸੀਂ ਆਪਣੇ ਨਹੁੰ ਦੇਖੋ, ਤੁਹਾਡੇ ਲਾਲੀ ਵਾਲੇ ਹੋਣਗੇ। ਮੇਰਾ ਹੱਥ ਵੇਖੋ, ਇਹ ਅਨੀਮੀਆ ਨਹੀਂ ਹੈ। ਬੁੱਲ ਵੇਖੋ, ਇਹ ਨੀਲਾ ਰੰਗ ਦਾ ਖੂਨ ਹੈ ਜਿਹੜਾ ਫਿਰ ਅੱਗੋਂ ਤੀਜੀ ਜਨਰੇਸ਼ਨ ਦੇ ਵਿੱਚ ਮੇਰੇ ਵੱਡੇ ਭਰਾ, ਉਹਨਾਂ ਦੇ 2 ਬੇਟਿਆਂ ਵਿੱਚੋਂ ਇੱਕ ਨੀਲਾ ਸੀ। ਉਹ ਸੀ ਮੈਂ ਇਸ ਲਈ ਕਿਹਾ, ਉਸ ਬੱਚੇ ਦੀ ਗੱਲ ਹੈ ਜਿਹਦੀ ਮੈਂ ਅਰਲੀ ਡੈਥ ਦੀ ਕਈ ਵਾਰ ਐਗਜ਼ਾਮਪਲ ਦੇ ਚੁੱਕਾ। ਹਾਂਜੀ, ਹੁਣ ਉਹਨਾਂ ਦਾ ਜਿਹੜਾ ਦੂਜਾ ਬੇਟਾ ਵੈ ਉਹ ਨਾਰਮਲ ਲਾਲ ਹੈ। ਮੇਰੀ ਵੱਡੀ ਭੈਣ ਦਾ ਇੱਕੋ ਇੱਕ ਬੇਟਾ ਹੈ, ਉਹ ਨੀਲੇ ਖੂਨ ਵਾਲਾ ਹੈ, ਪਰ ਉਹਦਾ ਅਗਲਾ ਬੇਟਾ ਨੀਲੇ ਖੂਨ ਵਾਲਾ ਨਹੀਂ ਹੈ, ਅਨਲੈਸ ਕਿ ਹਾਲੀ ਉਹ ਕੋਈ ਹੋਰ ਚਾਂਸ ਲਵੇ। ਇੰਜ ਹੀ ਮੇਰਾ ਬੇਟਾ ਇੱਕ, ਉਹ ਨੀਲੇ ਖੂਨ ਵਾਲਾ ਨਹੀਂ ਹੈ, ਉਹ ਲਾਲ ਖੂਨ ਵਾਲਾ ਹੈ। ਮੇਰੀ ਛੋਟੀ ਭੈਣ ਦਾ ਵੀ ਜਿਹੜੀ ਇੱਕ ਬੇਟੀ ਹੈ ਉਹ ਵੀ ਲਾਲ ਖੂਨ ਵਾਲੀ ਹੈ। ਇਹ ਮਿਊਟੇਸ਼ਨਾਂ ਨੇ। ਸੋ ਮਤਲਬ ਕਿ ਜੇ ਹੁਣ ਅਗਲੀ ਜਨਰੇਸ਼ਨ ਦੇ ਵਿੱਚ ਜਾਂ ਕੋਈ ਹੋਰ ਤਿਆਰ ਨਾ ਹੋਇਆ ਬਲੂ ਬਲੱਡਡ, ਤੇ ਇਹ ਮਿਊਟੇਸ਼ਨ ਜਿਹੜੀ ਆਈ 3 ਜਨਰੇਸ਼ਨਾਂ 'ਚ, ਇਹ ਮੁੱਕ ਜਾਏਗੀ। ਹੁਣ ਇਹ ਜਨਰੇਸ਼ਨ ਦਾ, ਇਸ ਮਿਊਟੇਸ਼ਨ ਦਾ ਸਾਨੂੰ ਇਹ ਨਹੀਂ ਪਤਾ ਕਿ ਕੋਈ ਸਾਨੂੰ ਫਾਇਦਾ ਦੇ ਰਹੀ ਹੈ ਕਿ ਨੁਕਸਾਨ ਦੇ ਰਹੀ ਹੈ। ਮੇਰੇ ਪਿਤਾ ਜੀ 86 ਸਾਲ ਦੀ ਉਮਰ ਤੱਕ ਸਿਹਤਮੰਦ ਬੜੇ ਵਧੀਆ ਰਹੇ। ਅਸੀਂ ਵੀ ਠੀਕ ਠਾਕ ਹੀ ਚੱਲ ਰਹੇ ਲੱਗਦੇ ਹਾਂ। ਅਸੀਂ ਘਰ 'ਚ ਭੈਣ ਭਰਾਵਾਂ ਦੀ ਇੰਨੀ ਕੁ ਬਹਿਸ ਜ਼ਰੂਰ ਅਸੀਂ ਕਰ ਲੈਂਦੇ ਹੁੰਦੇ ਹਾਂ ਕਿ ਨੀਲੇ ਖੂਨ ਵਾਲੇ ਨਾਲ ਜ਼ਿਆਦਾ ਸਿਆਣੇ ਆ, ਅਸੀਂ ਲਾਲ ਖੂਨ ਵਾਲਿਆਂ ਵੱਲੋਂ। ਪਰ ਇਹ ਤੇ ਭੈਣ ਭਰਾਵਾਂ ਦਾ ਜਿਹੜਾ ਮੁਕਾਬਲਾ ਚੱਲਦਾ ਰਹਿੰਦਾ ਨਾ। ਸੋ ਇਹ ਮਿਊਟੇਸ਼ਨਸ ਨੇ ਨੈਚੁਰਲ, ਪਰ ਜਿਹੜੀਆਂ ਸਾਇੰਸ ਨੂੰ ਕਰਨੀਆਂ ਪੈਣੀਆਂ ਉਹਨੂੰ ਅਸੀਂ ਕਹਿ ਸਕਦੇ ਹੁੰਦੇ ਕਈ ਵਾਰ ਡਾਇਰੈਕਟਡ, ਸਾਈਟ ਡਾਇਰੈਕਟਡ, ਕਿ ਜਾਣ ਬੁੱਝ ਕੇ ਕਰਨੀ ਆ। ਉਹੋ ਜਿਹੇ ਐਕਸਪੈਰੀਮੈਂਟ ਬਹੁਤ ਚੱਲ ਰਹੇ ਨੇ, ਖਾਸ ਕਰਕੇ ਉਹ ਇੱਕ ਕੀੜਾ ਨੈਮਾਟੋਡ ਹੁੰਦਾ, ਛੋਟਾ ਜਿਹਾ ਵਰਮ, ਉਹਦੇ ਵਿੱਚ ਦਵਾਈਆਂ ਪਾ ਕੇ, ਰੇਡੀਏਸ਼ਨ ਪਾ ਕੇ ਹੁਣ ਤੱਕ 100 ਤੋਂ ਵੀ ਵੱਧ ਮਿਊਟੈਂਟਸ ਲੱਭੇ ਗਏ ਨੇ ਜਾਂ ਮਿਊਟੈਂਟਸ ਕ੍ਰੀਏਟ ਕੀਤੇ ਗਏ ਨੇ ਜਿਨ੍ਹਾਂ ਦੀ ਉਮਰ ਦੀ ਲੰਬਾਈ ਨਾਲ ਫਰਕ ਪੈਂਦਾ। ਸੋ ਇਹ ਟੈਕਨੋਲੋਜੀ ਸ਼ੋਅ ਕਰਦੀ ਹੈ ਕਿ ਜੇ ਅਸੀਂ ਮਿਊਟੇਸ਼ਨਸ ਕੋਈ ਕਰੀਏ, ਪਰ ਉਹਦੇ ਨਾਲ ਕਿਸੇ ਇੱਕ ਮਿਊਟੇਸ਼ਨ ਨਾਲ ਉਹਦਾ 10% ਲਾਈਫ ਸਪੈਨ ਵੱਧ ਜਾਂਦਾ ਹੈ, ਕਿਸੇ 'ਚ 20%, ਇੱਥੋਂ ਤੱਕ ਕਿ 200% ਲਾਈਫ ਸਪੈਨ ਉਸ ਕੀੜੇ ਦਾ, ਉਸ ਵਰਮ ਦਾ ਵਧਾਇਆ। ਪਰ ਉਹਦਾ ਇੱਕ ਨੁਕਸਾਨ ਬੜਾ ਹੁੰਦਾ ਕਿ ਜਦੋਂ ਉਸ ਜਿਹੜੇ ਲੈਬੋਰਟਰੀ 'ਚ ਬਣਾਏ ਹੋਏ ਵਰਮ ਨੂੰ, ਕੀੜੇ ਨੂੰ, ਜਦੋਂ ਨਾਰਮਲ ਇਵੋਲੂਸ਼ਨ ਦੇ ਬਣੇ ਹੋਏ ਕੀੜੇ ਦੇ ਨਾਲ ਇਕੱਠਾ ਰੱਖਿਆ ਜਾਂਦਾ ਨਾ, ਤੇ ਉਹ ਲੈਬੋਰਟਰੀ ਵਾਲਾ ਹਮੇਸ਼ਾ ਹਾਰ ਜਾਂਦਾ, ਕਿਉਂਕਿ ਉਹਦੀ ਸਟ੍ਰੈਸ ਦੇ ਪੈਟਰਨ ਦੂਜੇ ਹੁੰਦੇ ਨੇ। ਉਹਦਾ ਮੁਕਾਬਲਾ ਜਿਹੜਾ ਵਾਈਲਡ ਵਾਲੇ ਨਾਲ ਨਹੀਂ ਹੋ ਸਕਦਾ। ਉਹਦੀ ਰੀਪਰੋਡਕਸ਼ਨ, ਸਭ ਤੋਂ ਵੱਡੀ ਕੀਮਤ ਦੇਣੀ ਪੈਂਦੀ ਹੈ ਰੀਪਰੋਡਕਸ਼ਨ ਦੇ ਉੱਤੇ। ਜਦੋਂ ਉਮਰ ਵੱਧਦੀ ਹੈ ਬੋਡੀ ਦੀ, ਉਹਨੂੰ ਫਿਰ ਉਹਦੀ ਮੋਸਟਲੀ ਉਹਦੀ ਪ੍ਰਾਈਸ ਜਿਹੜੀ ਹੈ ਉਹ ਰੀਪਰੋਡਕਸ਼ਨ 'ਤੇ ਆਉਂਦੀ ਹੈ, ਈਦਰ ਬਾਈ ਚੋਇਸ ਔਰ ਬਾਈ ਡਿਜ਼ਾਈਨ, ਕਿ ਜੋ ਤੁਸੀਂ ਕੀਤਾ ਉਹਨੇ। ਇਹ ਹੁਣ ਫਿਰ ਇੱਕ ਬੜਾ ਲੰਬਾ ਵਿਸ਼ਾ ਹੈ ਜਿਹਦੇ ਬਾਰੇ ਬੜੀਆਂ ਥਿਊਰੀਆਂ, ਡਿਸਪੋਜ਼ੇਬਲ ਸੋਮਾ ਥਿਊਰੀ, ਮੈਂ ਫਿਰ ਸ਼ਾਇਦ ਕੱਲ੍ਹ ਗੱਲ ਕਰਾਂਗਾ। ਪਰ ਗੱਲ ਹੈਗੀ ਹੈ, ਇਹ ਪੋਸੀਬਲ ਹੋ ਰਿਹਾ। ਹਾਲੀ ਪ੍ਰੋਬਲਮ ਇਹ ਹੈ ਕਿ ਅਸੀਂ ਇੱਕ ਸਮੇਂ 'ਚ ਇੱਕ ਅੱਧੀ ਮਿਊਟੇਸ਼ਨ ਹੀ ਕਰ ਸਕਦੇ ਹਾਂ। ਹਾਂਜੀ, ਸਾਨੂੰ ਲੋੜ ਸ਼ਾਇਦ ਪਏਗੀ 400-500 ਜੀਨਸ ਚੇਂਜ ਕਰਨ ਦੀ, ਅਤੇ ਇੱਕ ਅੱਧੀ ਮਿਊਟੇਸ਼ਨ ਚੇਂਜ ਕਰਕੇ ਵੀ
ਉਹ ਜਿਹੜਾ ਨਵਾਂ ਕੀੜਾ ਜਿਹੜਾ ਦੁੱਗਣਾ ਜਿਉਂਦਾ ਵੈ ਆਪਣੇ ਨੈਚੁਰਲ ਪਾਪੂਲੇਸ਼ਨ ਨਾਲੋਂ, ਉਹਦੇ ਵਿੱਚ ਵੀ ਇਹ ਨਹੀਂ ਹੈ ਕਿ ਜੇ ਇੱਕ ਮਿਊਟੇਸ਼ਨ ਵਿੱਚ 5% ਵਧਿਆ ਤੇ ਦੂਜੇ ਵਿੱਚ 10 ਵਧਿਆ ਤੇ ਤੀਜੇ 'ਚ 20 ਵਧਿਆ ਤੇ 3 ਮਿਊਟੇਸ਼ਨਾਂ ਇੱਕ ਦੇ ਵਿੱਚ ਕਰ ਦਿਓ ਤੇ ਉਹਦਾ ਜਿਹੜਾ ਵਾ ਟੋਟਲ ਲਾਈਫ ਸਪੈਨ 40% ਵੱਧ ਜਾਏਗਾ। ਨਹੀਂ, ਉਹ ਕਈ ਵਾਰ ਸਗੋਂ ਮਿਊਟੇਸ਼ਨਾਂ ਜਦੋਂ ਮਿਲਦੀਆਂ ਨੇ ਲਾਈਫ ਸਪੈਨ ਘਟ ਜਾਂਦਾ। ਸੋ ਜੀ ਦੀ ਗੱਲ ਇੱਥੋਂ ਤੱਕ ਤੇ ਹੈ ਕਿ ਵੇਖੋ ਟੈਕਨੋਲੋਜੀ ਵੱਧ ਰਹੀ ਹੈ ਜਿਹੜੀ ਹੁਣ ਈਵਨ ਸਾਇੰਸ ਫਿਕਸ਼ਨ ਲੱਗ ਰਹੀ ਹੈ, ਪਰ ਇਹ ਬੜੀ ਜਲਦੀ ਹੀ, ਜਲਦੀ ਦਾ ਹੁਣ ਟਾਈਮ ਸਕੇਲ ਕਹਿਣਾ ਬੜਾ ਮੁਸ਼ਕਿਲ ਹੈ, ਉਹ ਸਾਇੰਸ ਫੈਕਟ ਬਣੇਗੀ। ਫਿਰ ਸਾਡੇ ਕੋਲ ਚੋਇਸਿਸ ਹੋਣਗੀਆਂ ਕਿ ਅਸੀਂ ਕਿਹੜੇ ਜੀਨਸ ਕਿਹੋ ਜਿਹੇ ਚੇਂਜ ਕਰਨਾ ਚਾਹੁੰਦੇ ਹਾਂ, ਸਿਰਫ ਉਮਰ ਵਾਲੇ ਕਰਨਾ ਚਾਹੁੰਦੇ ਹਾਂ ਕਿ ਖੂਬਸੂਰਤੀ ਵਾਲੇ ਕਿ ਦਿਮਾਗ ਵਾਲੇ ਕਿ ਕੋਈ ਹੋਰ ਜਿਹਨਾਂ ਚੀਜ਼ਾਂ ਨੂੰ ਅਸੀਂ ਪ੍ਰੈਫਰੈਂਸ ਦਿੰਦੇ ਹਾਂ। ਤੇ ਉਹ ਕਿਉਂ, ਤੇ ਉਹ ਕੌਣ ਕਰ ਸਕੇਗਾ? ਇਹੋ ਜਿਹੀ ਟੈਕਨੋਲੋਜੀ ਹਮੇਸ਼ਾ ਬਹੁਤ ਮਹਿੰਗੀ ਹੁੰਦੀ ਹੈ ਕਿ ਉਹ ਮਹਿੰਗੀ ਦੇ ਅਫੋਰਡ ਕੌਣ ਕਰੇਗਾ? ਉਹ ਸਭ ਨੂੰ ਮਿਲ ਜਾਏਗੀ ਕਿ ਫਿਰ ਉਹੀ ਬਣ ਜਾਏਗਾ ਕਿ ਕੁਝ ਲੋਕੀ ਤੇ ਜਿਹੜੇ ਨੇ 100 ਹਜ਼ਾਰ 2000 ਸਾਲ ਜਿਉਣਗੇ ਤੇ ਬਾਕੀ ਜਿਹੜੇ ਸਾਰੇ ਅਸੀਂ ਉਂਝ ਕੰਮ ਕਰਕੇ ਛੇਤੀ, ਕਿਉਂਕਿ ਸਾਡੇ ਕੋਲ ਦਵਾਈਆਂ ਲਈ ਪੈਸੇ ਨਹੀਂ ਹੈਗੇ। ਪਰ ਇਹ ਪ੍ਰੋਬਲਮ ਫਿਰ ਸੋਸ਼ੀਓਲੋਜੀ ਦੀ ਆ ਜਾਂਦੀ ਹੈ। ਹਾਲੀ ਵੀ ਗੰਦੇ ਪਾਣੀ ਕਰਕੇ 20-30 ਲੱਖ ਮੌਤਾਂ ਹਰ ਸਾਲ ਦੁਨੀਆ 'ਚ ਹੁੰਦੀਆਂ। ਹੁਣ ਸਾਇੰਸ ਉਹਦੇ 'ਚ ਹੋਰ ਕੀ ਕਰ ਸਕਦੀ? ਪਾਣੀ ਸਾਫ਼ ਕਰਨ ਦਾ ਤਰੀਕੇ ਤੇ ਬਣਾਤੇ ਨਾ, ਪਰ ਜੇ ਅਸੀਂ ਉਹਨੂੰ ਵਰਤ ਹੀ ਨਹੀਂ ਸਕਦੇ, ਸਾਡੀ ਸੋਸ਼ੀਓਲੋਜੀ ਦੀ ਇਨਇਕੁਐਲਿਟੀਜ਼ ਇੰਨੀਆਂ ਜ਼ਿਆਦਾ ਨੇ, ਸਾਡੀ ਪੋਲੀਟਿਕਸ ਐਡੀ ਖਰਾਬ ਹੈ ਹਾਂਜੀ, ਕਿਉਂਕਿ ਅਸੀਂ ਅਮੀਰਾਂ ਨੂੰ ਤੇ ਬਚਾ ਲਾਂਗੇ ਪੈਸੇ ਦੇ ਕੇ ਤੇ ਗਰੀਬਾਂ ਨੂੰ ਰੋਟੀ ਵੀ ਨਹੀਂ ਦੇਣ ਜੋਗੇ ਹੈਗੇ ਇਸ ਸਮੇਂ ਦੇ ਸਮਿਆਂ ਦੇ ਵਿੱਚ ਕਈ ਵਾਰੀ। ਸੋ ਉਹ ਚੀਜ਼ਾਂ ਐਥਿਕਸ ਦੀਆਂ, ਜੀਨੈਟਿਕਸ ਦੇ ਨਾਲ ਬਹੁਤ ਹੀ ਜੁੜੀਆਂ ਹੋਈਆਂ ਤੇ ਖਾਸ ਕਰਕੇ ਇਹ ਵੀ ਕਿ ਨਵੀਆਂ ਕੀ ਬਣਨੀਆਂ। ਸੋ ਜੀ E=g mc² ਦੇ ਵਿੱਚ ਜੀ ਬਹੁਤ 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 ਇੰਪੋਰਟੈਂਟ ਹੈ, ਪਰ ਉਨੇ ਹੀ ਉਹਦੇ ਨਾਲ ਸਵਾਲ ਉੱਭਰਦੇ ਨੇ। ਉਹਨਾਂ ਸਵਾਲਾਂ ਦੀ ਵੀ ਅਸੀਂ ਗੱਲ ਕਰਨੀ ਹੈ ਤੇ ਹੋਰ ਅਗਲੇ M ਦੇ ਵਿੱਚ ਵੀ ਜਾਣਾ। ਉਹ ਫਿਰ ਅੱਜ 21 ਮਿੰਟ ਹੋ ਗਏ ਨੇ ਮੇਰੇ ਖਿਆਲ 'ਚ। आज की मुलाकात बस इतनी, ठीक है जी।